ओम शांति। आज सुनते हाँ 3 अक्तूबर 2021 ਦੇ ਬਾਬਾ ਦੇ ਅਵਿਅਕਤ ਮਹਾਵਾਕ। ਰਿਵਾਈਜ਼ ਕੋਰਸ ਦੀ ਮੁਰਲੀ ਹੈ 31 ਮਾਰਚ 1988 ਦੀ। ਮੁਰਲੀ ਦਾ ਸਾਰ ਹੈ ਵਾਚਾ ਤੇ ਕਰਮਨਾ ਦੋਵੇਂ ਸ਼ਕਤੀਆਂ ਨੂੰ ਜਮ੍ਹਾਂ ਕਰਨ ਦੀ ਈਸ਼ਵਰੀ ਸਕੀਮ। ਵਾਚਾ ਤੇ ਕਰਮਨਾ ਦੋਵੇਂ ਸ਼ਕਤੀਆਂ ਨੂੰ ਜਮ੍ਹਾਂ ਕਰਨ ਦੀ ਈਸ਼ਵਰੀ ਸਕੀਮ। ਅੱਜ रूहानी शमा अपने रूहानी परवाणिਆਂ ਨੂੰ ਵੇਖ ਰਹੇ ਨੇ। चारों पासों ਦੇ परवाने शमा ਦੇ ਉੱਪਰ ਫਿਦਾ मतलब कुर्बान हो गए ने। कुर्बान ਤੇ ਫਿਦਾ ਹੋਣ ਵਾਲੇ अनेक परवाने ने, पर कुर्बान होਣ ਤੋਂ ਬਾਅਦ शमा ਦੇ स्नेह ਵਿੱਚ शमा ਵਰਗੇ ਬਣਨ ਵਿੱਚ ਕੁਰਬਾਨੀ ਕਰਨ ਵਿੱਚ ਨੰਬਰ 1 ਨੇ। ਅਸਲ ਵਿੱਚ ਕੁਰਬਾਨ ਹੁੰਦੇ ਨੇ ਦਿਲ ਦੇ स्नेह ਦੇ ਕਾਰਨ। ਦਿਲ ਦਾ स्नेह ਤੇ स्नेह ਇਸ ਵਿੱਚ ਵੀ ਅੰਤਰ ਹੈ। स्नेह ਸਭ ਦਾ ਹੈ। स्नेह ਦੇ ਕਾਰਨ ਕੁਰਬਾਨ ਹੋਏ ਨੇ। ਦਿਲ ਦੇ स्नेही ਬਾਪ ਦੇ ਦਿਲ ਦੀਆਂ ਗੱਲਾਂ ਨੂੰ, ਦਿਲ ਦੀਆਂ ਆਸ਼ਾਵਾਂ ਨੂੰ ਜਾਣਦੇ ਨੇ, ਪੂਰੀਆਂ ਵੀ ਕਰਦੇ ਨੇ। ਦਿਲ ਦੇ स्नेही ਦਿਲ ਦੀਆਂ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਨੇ। ਦਿਲ ਦੇ स्नेही ਮਤਲਬ ਜੋ ਬਾਪ ਦੀ ਦਿਲ ਨੇ ਕਿਹਾ ਉਹ ਬੱਚਿਆਂ ਦੀ ਦਿਲ ਵਿੱਚ ਸਮਾਇਆ, ਤੇ ਜੋ ਦਿਲ ਵਿੱਚ ਸਮਾਇਆ ਉਹ ਕਰਮ ਵਿੱਚ ਖੁਦ ਹੀ ਹੋਵੇਗਾ। स्नेही ਆਤਮਾਵਾਂ ਦੇ ਕੁਝ ਦਿਲ ਵਿੱਚ ਸਮਾਉਂਦਾ ਹੈ, ਕੁਝ ਦਿਮਾਗ ਵਿੱਚ ਸਮਾਉਂਦਾ ਹੈ। ਜੋ ਦਿਲ ਵਿੱਚ ਸਮਾਉਂਦਾ ਹੈ ਉਹ ਕਰਮ ਵਿੱਚ ਲਿਆਉਂਦੇ ਨੇ। ਜੋ ਦਿਮਾਗ ਵਿੱਚ ਸਮਾਉਂਦਾ ਹੈ ਉਸ ਵਿੱਚ ਸੋਚ ਚਲਦੀ ਹੈ ਕਿ ਕਰ ਸਕਾਂਗੇ ਜਾਂ ਨਹੀਂ। ਕਰਨਾ ਤੇ ਹੈ, ਸਮੇਂ ਤੇ ਹੋ ਹੀ ਜਾਏਗਾ। ਐਵੇਂ ਸੋਚ ਚੱਲਣ ਦੇ ਕਾਰਨ ਸੋਚ ਤੱਕ ਹੀ ਰਹਿ ਜਾਂਦੇ ਨੇ, ਕਰਮ ਤੱਕ ਨਹੀਂ ਹੁੰਦਾ। ਅੱਜ ਬਾਪ ਦਾਦਾ ਵੇਖ ਰਹੇ ਸੀ ਕੁਰਬਾਨ ਜਾਣ ਵਾਲੇ ਤਾਂ ਸਾਰੇ ਨੇ। ਜੇਕਰ ਕੁਰਬਾਨ ਨਾ ਜਾਂਦੇ ਤਾਂ ਬ੍ਰਾਹਮਣ ਨਾ ਕਹਿਲਾਂਦੇ। ਪਰ ਬਾਪ ਦੇ स्नेह ਦੇ ਪਿੱਛੇ ਜੋ ਬਾਪ ਨੇ ਕਿਹਾ ਉਹ ਕਰਨ ਦੇ ਲਈ ਕੁਰਬਾਨੀ ਕਰਨੀ ਪੈਂਦੀ ਹੈ। ਮਤਲਬ ਆਪਣੇਪਨ, ਭਾਵੇਂ ਆਪਣੇਪਨ ਵਿੱਚ ਅਭਿਮਾਨ ਹੋਵੇ ਜਾਂ ਕਮਜ਼ੋਰੀ ਹੋਵੇ, ਦੋਹਾਂ ਦਾ ਤਿਆਗ ਕਰਨਾ ਪੈਂਦਾ ਹੈ। ਇਸ ਨੂੰ ਕਹਿੰਦੇ ਨੇ ਕੁਰਬਾਨੀ। ਕੁਰਬਾਨ ਹੋਣ ਵਾਲੇ ਬਹੁਤ ਨੇ, ਪਰ ਕੁਰਬਾਨੀ ਕਰਨ ਦੇ ਲਈ ਹਿੰਮਤ ਵਾਲੇ ਨੰਬਰਵਾਰ ਨੇ। ਅੱਜ ਬਾਪ ਦਾਦਾ ਸਿਰਫ 1 ਮਹੀਨੇ ਦੀ ਰਿਜ਼ਲਟ ਵੇਖ ਰਹੇ ਸੀ। ਇਸ ਸੀਜ਼ਨ ਵਿੱਚ ਵਿਸ਼ੇਸ਼ ਬਾਪ ਦਾਦਾ ਨੇ ਬਾਪ ਸਮਾਨ ਬਣਨ ਦਾ ਵੱਖ-ਵੱਖ ਰੂਪ ਨਾਲ ਕਿੰਨੀ ਵਾਰ ਇਸ਼ਾਰਾ ਦਿੱਤਾ। ਬਾਪ ਦਾਦਾ ਦੀ ਵਿਸ਼ੇਸ਼ ਇਹੀ ਦਿਲ ਦੀ ਸ੍ਰੇਸ਼ਟ ਆਸ਼ਾ ਹੈ। ਇੰਨਾ ਖਜ਼ਾਨਾ ਮਿਲਿਆ, ਵਰਦਾਨ ਮਿਲੇ, ਵਰਦਾਨਾਂ ਦੇ ਲਈ ਭੱਜ ਕੇ ਆਏ ਹੋ। ਬਾਪ ਨੂੰ ਵੀ ਖੁਸ਼ੀ ਹੈ ਕਿ ਬੱਚੇ स्नेह ਨਾਲ ਮਿਲਣ ਆਉਂਦੇ ਨੇ, ਵਰਦਾਨ ਲੈ ਖੁਸ਼ ਹੁੰਦੇ ਨੇ। ਪਰ ਬਾਪ ਦੇ ਦਿਲ ਦੀ ਆਸ਼ਾ ਪੂਰਨ ਕਰਨ ਵਾਲੇ ਕੌਣ? ਜੋ ਬਾਪ ਨੇ ਸੁਣਾਇਆ ਉਸ ਨੂੰ ਕਰਮ ਵਿੱਚ ਕਿੱਥੋਂ ਤੱਕ ਲਿਆਏ? ਮਨਸਾ ਵਾਚਾ ਕਰਮਨਾ ਤਿੰਨਾਂ ਦੀ ਰਿਜ਼ਲਟ ਕਿੱਥੋਂ ਤੱਕ ਸਮਝਦੇ ਹੋ? ਸ਼ਕਤੀਸ਼ਾਲੀ ਮਨਸਾ ਸੰਬੰਧ ਸੰਪਰਕ ਵਿੱਚ ਕਿੱਥੋਂ ਤੱਕ ਆਈ? ਸਿਰਫ ਆਪਣੇ ਆਪ ਬੈਠ ਮਨਨ ਕੀਤਾ। ਇਹ ਖੁਦ ਦੀ ਉન્નਤੀ ਦੇ ਲਈ ਬਹੁਤ ਚੰਗਾ ਹੈ, ਕਰਨਾ ਹੀ ਹੈ। ਪਰ ਜਿਨ੍ਹਾਂ ਸ੍ਰੇਸ਼ਟ ਆਤਮਾਵਾਂ ਦੀ श्रेष्ठ मनसा मतलब संकल्प शक्तिशाली ने, शुभ भावना शुभ कामना वाले ने। मनसा शक्ति का दर्पण की है। दर्पण है बोलते कर्म। भावें अज्ञानी आत्मावां भावें ज्ञानी आत्मावां दोहां दे संबंध संपर्क विच बोलते कर्म दर्पण ने। जेकर बोलते कर्म शुभ भावना शुभ कामना वाले नहीं तां मनसा शक्ति का प्रत्यक्ष रूप किवें समझ विच आएगा? जिस दी मनसा शक्तिशाली ਜਾਂ शुभ है ਉਹਨਾਂ ਦੀ ਵਾਚਾ ਤੇ ਕਰਮਨਾ ਆਪੇ ਹੀ ਸ਼ਕਤੀਸ਼ਾਲੀ शुद्ध ਹੋਵੇਗੀ, शुभ ਭਾਵਨਾ ਵਾਲੀ ਹੋਵੇਗੀ। मनसा शक्तिशाली मतलब याद ਦੀ शक्ति भी श्रेष्ठ होवेगी, शक्तिशाली होवेगी, सहज योगी होवेगी। सिर्फ सहज योगी नहीं लेकिन सहज कर्म योगी भी होणगे। बाप दादा ने वेख्या याद ਨੂੰ शक्तिशाली ਬਣਾਉਣ ਵਿੱਚ ਮੈਜੋਰਿਟੀ ਬੱਚਿਆਂ ਦਾ ਅਟੈਂਸ਼ਨ ਹੈ। ਯਾਦ ਨੂੰ ਸਹਿਜ ਨਿਰੰਤਰ ਬਣਾਉਣ ਦੇ ਲਈ ਉਮੰਗ ਉਤਸ਼ਾਹ ਵੀ ਹੈ। ਅੱਗੇ ਵੱਧ ਵੀ ਰਹੇ ਨੇ, ਵੱਧਦੇ ਹੀ ਰਹਿਣਗੇ ਕਿਉਂਕਿ ਬਾਪ ਨਾਲ स्नेह ਚੰਗਾ ਹੈ। ਇਸ ਲਈ ਯਾਦ ਦਾ ਅਟੈਂਸ਼ਨ ਚੰਗਾ ਹੈ। ਯਾਦ ਦਾ ਆਧਾਰ ਹੈ स्नेह। ਬਾਪ ਨਾਲ ਰੂਹ ਰਿਹਾਨ ਕਰਨ ਵਿੱਚ ਸਾਰੇ ਚੰਗੇ ਨੇ। ਕਦੇ ਕਦੇ ਥੋੜੀ ਅੱਖ ਵਿਖਾਉਂਦੇ ਨੇ, ਉਹ ਵੀ ਉਦੋਂ ਜਦੋਂ ਆਪਸ ਵਿੱਚ ਥੋੜਾ ਵਿਗੜ ਜਾਂਦੇ ਨੇ। ਫਿਰ ਬਾਪ ਨੂੰ ਉਲਾਨਾ ਦਿੰਦੇ ਨੇ, ਤੁਸੀਂ ਕਿਉਂ ਨਹੀਂ ਠੀਕ ਕਰਦੇ? ਫਿਰ ਵੀ ਉਹ स्नेह भरी ਮੁਹੱਬਤ ਦੀ ਅੱਖ ਹੈ। ਪਰ ਜਦੋਂ
संगठन विच आंदे, कर्म विच आंदे, कारोबार विच आंदे, परिवार विच आंदे तां संगठन विच बोल मतलब वाचा शक्ति इस विच व्यर्थ ज़्यादा विखाई देंदी है। वाणी दी शक्ति व्यर्थ जाण दे कारण वाणी विच जो बाप नूं प्रतख करन दा जोहर जां शक्ति अनुभव करानी चाहिदी ਉਹ ਘੱਟ ਹੁੰਦੀ ਜਾਂਦੀ ਹੈ। ਗੱਲਾਂ ਚੰਗੀਆਂ ਲੱਗਦੀਆਂ ਨੇ ਉਹ ਦੂਜੀ ਗੱਲ ਹੈ। ਬਾਪ ਦੀਆਂ ਗੱਲਾਂ ਰਿਪੀਟ ਕਰਦੇ ਹੋ ਉਹ ਵੀ ਜ਼ਰੂਰ ਚੰਗੀਆਂ ਹੋਣਗੀਆਂ, ਪਰ ਵਾਚਾ ਦੀ ਸ਼ਕਤੀ ਵਿਅਰਥ ਜਾਣ ਦੇ ਕਾਰਨ ਸ਼ਕਤੀ ਜਮ੍ਹਾਂ ਨਹੀਂ ਹੁੰਦੀ। ਇਸ ਲਈ ਬਾਪ ਨੂੰ ਪ੍ਰਤੱਖ ਕਰਨ ਦੀ ਆਵਾਜ਼ ਬੁਲੰਦ ਹੋਣ ਵਿੱਚ ਹਾਲੇ ਦੇਰੀ ਹੋ ਰਹੀ ਹੈ। ਸਾਧਾਰਨ ਬੋਲ ਜ਼ਿਆਦਾ ਨੇ, ਅਲੌਕਿਕ ਬੋਲ ਹੋਣ, ਫਰਿਸ਼ਤਿਆਂ ਦੇ ਬੋਲ ਹੋਣ। ਹੁਣ ਇਸ ਵਰੇ ਇਸ ਤੇ ਅੰਡਰਲਾਈਨ ਕਰਨਾ। ਜਿਵੇਂ ਬ੍ਰਹਮਾ ਬਾਬਾ ਨੂੰ ਵੇਖਿਆ ਫਰਿਸ਼ਤਿਆਂ ਦੇ ਬੋਲ ਸੀ, ਘੱਟ ਬੋਲ, ਮਧੁਰ ਬੋਲ। ਜਿਸ ਬੋਲ ਦਾ ਫਲ ਨਿਕਲੇ ਉਹ ਸੀ ਸਹੀ ਬੋਲ। ਜਿਸ ਬੋਲ ਦਾ ਕੋਈ ਫਲ ਨਹੀਂ ਉਹ ਹੈ ਵਿਅਰਥ ਬੋਲ। ਭਾਵੇਂ ਕਾਰੋਬਾਰ ਦਾ ਫਲ ਹੋਵੇ, ਕਾਰੋਬਾਰ ਦੇ ਲਈ ਬੋਲਣਾ ਤਾਂ ਪੈਂਦਾ ਹੈ ਨਾ, ਉਹ ਵੀ ਲੰਬਾ ਨਾ ਕਰੋ। ਹੁਣ ਸ਼ਕਤੀ ਨੂੰ ਜਮ੍ਹਾਂ ਕਰਨਾ ਹੈ। ਜਿਵੇਂ ਯਾਦ ਨਾਲ ਮਨਸਾ ਦੀ ਸ਼ਕਤੀ ਜਮ੍ਹਾਂ ਕਰਦੇ ਹੋ, ਸਾਇਲੈਂਸ ਵਿੱਚ ਬੈਠਦੇ ਹੋ, ਜਾਂ ਸੰਕਲਪ ਸ਼ਕਤੀ ਜਮ੍ਹਾਂ ਕਰਦੇ ਹੋ, ਐਵੇਂ ਵਾਣੀ ਦੀ ਸ਼ਕਤੀ ਵੀ ਜਮ੍ਹਾਂ ਕਰੋ। ਹਾਸੇ ਦੀ ਗੱਲ ਸੁਣਾਉਂਦੇ ਨੇ, ਬਾਪ ਦਾਦਾ ਦੇ ਵਤਨ ਵਿੱਚ ਸਭ ਦੇ ਜਮ੍ਹਾਂ ਦੀਆਂ ਭੰਡਾਰੀਆਂ ਨੇ। ਤੁਹਾਡੇ ਸੇਵਾ ਕੇਂਦਰ ਵਿੱਚ ਵੀ ਭੰਡਾਰੀਆਂ ਨੇ ਨਾ। ਬਾਪ ਦੇ ਵਤਨ ਵਿੱਚ ਬੱਚਿਆਂ ਦੀ ਭੰਡਾਰੀ ਹੈ। ਹਰ ਇੱਕ ਸਾਰੇ ਦਿਨ ਵਿੱਚ ਮਨਸਾ ਵਾਚਾ ਕਰਮਨਾ ਤਿੰਨੋਂ ਸ਼ਕਤੀਆਂ ਬਚਤ ਕਰ ਜਮ੍ਹਾਂ ਕਰਦੇ ਹੋ, ਉਹ ਹੈ ਭੰਡਾਰੀ। ਮਨਸਾ ਸ਼ਕਤੀ ਕਿੰਨੀ ਜਮ੍ਹਾਂ ਕੀਤੀ, ਵਾਚਾ ਸ਼ਕਤੀ, ਕਰਮਨਾ ਸ਼ਕਤੀ ਕਿੰਨੀ ਜਮ੍ਹਾਂ ਕੀਤੀ, ਇਸ ਦਾ ਸਾਰਾ ਪੋਤਾ ਮੇਲ ਹੈ। ਤੁਸੀਂ ਵੀ ਖਰਚੇ ਤੇ ਬਚਤ ਦਾ ਪੋਤਾ ਮੇਲ ਭੇਜਦੇ ਹੋ ਨਾ। ਤਾਂ ਬਾਪ ਦਾਦਾ ਨੇ ਇਹ ਜਮ੍ਹਾਂ ਕੀਤੀਆਂ ਭੰਡਾਰੀਆਂ ਵੇਖੀਆਂ ਤਾਂ ਕੀ ਨਿਕਲਿਆ ਹੋਵੇਗਾ? ਜਮ੍ਹਾਂ ਦਾ ਖਾਤਾ ਕਿੰਨਾ ਨਿਕਲਿਆ ਹੋਵੇਗਾ? ਹਰ ਇੱਕ ਦੀ ਰਿਜ਼ਲਟ ਤਾਂ ਆਪਣੀ ਆਪਣੀ ਹੈ। ਭੰਡਾਰੀ ਭਰੀਆਂ ਹੋਈਆਂ ਤਾਂ ਬਹੁਤ ਨੇ, ਪਰ ਸਾਰੀ ਚਿੱਲਰ ਰੇਜ਼ਗਾਰੀ ਜ਼ਿਆਦਾ ਸੀ। ਛੋਟੇ ਬੱਚੇ ਭੰਡਾਰੀ ਵਿੱਚ ਚਿੱਲਰ ਜਮ੍ਹਾਂ ਕਰਦੇ ਨੇ ਨਾ, ਤਾਂ ਭੰਡਾਰੀ ਕਿੰਨੀ ਭਾਰੀ ਹੋ ਜਾਂਦੀ ਹੈ। ਵਾਚਾ ਦੀ ਰਿਜ਼ਲਟ ਵਿੱਚ ਇਹ ਜ਼ਿਆਦਾ ਵੇਖਿਆ। ਜਿਵੇਂ ਯਾਦ ਦੇ ਉੱਪਰ ਅਟੈਂਸ਼ਨ, ਉਵੇਂ ਵਾਚਾ ਦੇ ਉੱਪਰ ਇੰਨਾ ਅਟੈਂਸ਼ਨ ਨਹੀਂ ਹੈ। ਇਸ ਵਰੇ ਵਾਚਾ ਤੇ ਕਰਮਨਾ ਇਹਨਾਂ ਦੋਨਾਂ ਸ਼ਕਤੀਆਂ ਨੂੰ ਜਮ੍ਹਾਂ ਕਰਨ ਦੀ ਸਕੀਮ ਬਣਾਓ। ਜਿਵੇਂ ਗਵਰਨਮੈਂਟ ਵੀ ਵੱਖ-ਵੱਖ ਵਿਧੀ ਨਾਲ ਸਕੀਮ ਬਣਾਉਂਦੀ ਹੈ ਨਾ, ਐਵੇਂ ਇਸ ਵਿੱਚ ਮੂਲ ਮਨਸਾ ਹੈ। ਇਹ ਤਾਂ ਸਭ ਜਾਣਦੇ ਹੋ ਲਾ, ਲੇਕਿਨ ਮਨਸਾ ਦੇ ਨਾਲ ਨਾਲ ਵਿਸ਼ੇਸ਼ ਵਾਚਾ ਤੇ ਕਰਮਨਾ ਇਹ ਸੰਬੰਧ ਸੰਪਰਕ ਵਿੱਚ ਸਪਸ਼ਟ ਵਿਖਾਈ ਦਿੰਦੀ ਹੈ। ਮਨਸਾ ਫਿਰ ਵੀ ਗੁਪਤ ਹੈ, ਪਰ ਇਹ ਸਪਸ਼ਟ ਵਿਖਾਈ ਦੇਣ ਵਾਲੀ ਬੋਲ ਵਿੱਚ ਜਮ੍ਹਾਂ ਕਰਨ ਦਾ ਸਾਧਨ ਹੈ। ਘੱਟ ਬੋਲੋ, ਮਿੱਠਾ ਬੋਲੋ, ਸਵਮਾਨ ਨਾਲ ਬੋਲੋ। ਜਿਵੇਂ ਬ੍ਰਹਮਾ ਬਾਬਾ ਨੇ ਛੋਟੇ ਤੇ ਵੱਡਿਆਂ ਨੂੰ ਸਵਮਾਨ ਦੇ ਬੋਲ ਨਾਲ ਆਪਣਾ ਬਣਾਇਆ। ਇਸ ਵਿਧੀ ਨਾਲ ਜਿੰਨਾ ਅੱਗੇ ਵਧੋਗੇ ਉਹਨਾਂ ਵਿਜੇ ਮਾਲਾ ਜਲਦੀ ਤਿਆਰ ਹੋਵੇਗੀ। ਇਸ ਵੇਲੇ ਕੀ ਕਰਨਾ ਹੈ? ਸੇਵਾ ਦੇ ਨਾਲ ਵਿਸ਼ੇਸ਼ ਇਹ ਸ਼ਕਤੀਆਂ ਜਮ੍ਹਾਂ ਕਰਦੇ ਹੋਏ ਸੇਵਾ ਕਰਨੀ ਹੈ। ਸੇਵਾ ਦੇ ਪਲਾਨ ਸਾਰਿਆਂ ਨੇ ਚੰਗੇ ਤੋਂ ਚੰਗੇ ਬਣਾਏ, ਪਰ ਹੁਣ ਤੱਕ ਜੋ ਪਲਾਨ ਪ੍ਰਮਾਣ ਸੇਵਾ ਕਰ ਰਹੇ ਨੇ ਚਾਰੋਂ ਪਾਸੇ, ਭਾਵੇਂ ਭਾਰਤ ਵਿੱਚ ਭਾਵੇਂ ਵਿਦੇਸ਼ ਵਿੱਚ ਚੰਗੀ ਕਰ ਰਹੇ ਨੇ, ਕਰਨ ਵਾਲੇ ਵੀ ਨੇ। ਜਿਵੇਂ ਸੇਵਾ ਵਿੱਚ ਇੱਕ ਦੂਜੇ ਤੋਂ ਚੰਗੀ ਰਿਜ਼ਲਟ ਕੱਢਣ ਦੀ ਸ਼ੁਭ ਭਾਵਨਾ ਨਾਲ ਅੱਗੇ ਵਧ ਰਹੇ ਹੋ, ਐਵੇਂ ਸੇਵਾ ਵਿੱਚ ਸੰਗਠਿਤ ਰੂਪ ਵਿੱਚ ਸਦਾ ਸੰਤੁਸ਼ਟ ਰਹਿਣ। ਸੰਤੁਸ਼ਟ ਕਰਨ ਦਾ ਵਿਸ਼ੇਸ਼ ਸੰਕਲਪ ਇਹ ਵੀ ਸਦਾ ਨਾਲ ਰਹੇ, ਕਿਉਂਕਿ ਇੱਕ ਸਮੇਂ ਤਿੰਨ ਤਰ੍ਹਾਂ ਦੀ ਸੇਵਾ ਨਾਲ ਹੁੰਦੀ ਹੈ। ਇੱਕ ਆਪਣੀ ਸੰਤੁਸ਼ਟਤਾ, ਇਹ ਹੈ ਖੁਦ ਦੀ ਸੇਵਾ। ਦੂਜੀ ਸੰਗਠਨ ਵਿੱਚ ਸੰਤੁਸ਼ਟਤਾ, ਇਹ ਹੈ ਪਰਿਵਾਰ ਦੀ ਸੇਵਾ। ਤੀਜੀ ਭਾਸ਼ਾ ਦੁਆਰਾ ਜਾਂ ਕਿਸੇ ਵੀ ਵਿਧੀ ਦੁਆਰਾ ਵਿਸ਼ਵ ਦੀ ਆਤਮਾਵਾਂ ਦੀ ਸੇਵਾ। ਇੱਕ ਹੀ ਸਮੇਂ ਵਿੱਚ ਤਿੰਨ ਸੇਵਾ ਹੁੰਦੀਆਂ ਨੇ। ਕੋਈ ਵੀ ਪ੍ਰੋਗਰਾਮ ਬਣਾਉਂਦੇ ਹੋ ਉਸ ਵਿੱਚ ਤਿੰਨੋਂ ਸੇਵਾਵਾਂ ਸਮਾਈਆਂ ਹੋਈਆਂ ਨੇ। ਜਿਵੇਂ ਵਿਸ਼ਵ ਦੇ ਸੇਵਾ ਦੀ ਰਿਜ਼ਲਟ ਜਾਂ ਵਿਧੀ ਵਿੱਚ ਅਟੈਂਸ਼ਨ ਰੱਖਦੇ ਹੋ, ਐਵੇਂ ਦੋਵੇਂ ਸੇਵਾਵਾਂ ਖੁਦ ਤੇ ਸੰਗਠਨ ਦੀ ਤਿੰਨੋਂ ਹੀ ਨਿਰਵਿਘਨ ਹੋਣ ਤਾਂ ਕਹਾਂਗੇ ਸੇਵਾ ਦੀ ਨੰਬਰ 1 ਸਫਲਤਾ। ਤਿੰਨੋਂ ਸਫਲਤਾ ਨਾਲ ਹੋਣਾ ਹੀ ਨੰਬਰ ਲੈਣਾ ਹੈ। ਇਸ ਵਾਰੀ ਤਿੰਨੋਂ ਸੇਵਾਵਾਂ ਵੀ ਸਫਲਤਾ ਨਾਲ ਹੋਵਨ, ਇਹ ਨਗਾੜਾ ਵੱਜੇ। ਜੇਕਰ ਇੱਕ ਕੋਨੇ ਵਿੱਚ ਨਗਾੜਾ ਵੱਜਦਾ ਹੈ ਤਾਂ ਕੁੰਭਕਰਾਂ ਦੇ ਕੰਨਾਂ ਤੱਕ ਨਹੀਂ ਪਹੁੰਚਦਾ। ਜਦੋਂ ਚਾਰੋਂ ਪਾਸੇ ਇਹੀ ਨਗਾੜਾ ਵੱਜੇਗਾ ਫਿਰ ਕੁੰਭਕਰਨ ਜਾਗਣਗੇ। ਹਾਲੇ ਇੱਕ ਜਾਗਦਾ ਹੈ, ਦੂਜਾ ਸੋ ਜਾਂਦਾ ਹੈ, ਦੂਜਾ ਜਾਗਦਾ ਹੈ ਤਾਂ ਤੀਜਾ ਸੌਂਦਾ ਹੈ।
थोड़ा जागदे ने पर चंगा चंगा करके फिर सो जाते ने। पर जागन तां मूँह तो मन तो ओहो प्रभु कहन ते मुक्ति का वरसा लैन फिर समाप्ति होवेगी। जागणगे तां ही तां मुक्ति का वरसा लैणगे। तां समझिया की करना है। एक दो दे सहयोगी बनो। दूजियां दे बचाव विच अपना बचाव मतलब बचत हो जाएगी। सेवा दे प्लान विच जिन्ना संपर्क विच लियाओ उन्ना सेवा दी प्रत्यक्ष रिजल्ट विखाई देवेगी। सुनेहा देन दी सेवा तां करदे आए हो, करदे रहना, लेकिन विशेष इस वरे सिर्फ सुनेहा नहीं देना, सहयोगी बनाना है। मतलब संपर्क विच नेड़े लियाना है। सिर्फ फार्म भरा दिता ये तो चलता रहता है, लेकिन इस वरे अगे वधो, फार्म भराओ, पर फार्म भरन तक छड्ड ना दिओ। संबंध विच लियाना है। जिवें दा बंदा उवें संपर्क विच लियान दे प्लान्स बनाओ। भावें छोटे छोटे प्रोग्राम करो, पर लक्ष्य यही रखो। सहयोगी सिर्फ 1 घंटे दे लई जां फार्म भरन दे समय तक नहीं बनना, लेकिन सहयोगी द्वारा उसनूं नेड़े लियाना है। सहज योगी द्वारा संपर्क विच संबंध विच लियाओ तां अगे चल सेवा दा रूप बदलेगा। तुसीं अपने लिए नहीं करना पवेगा, तुहाडे वल्लों संबंध विच लियाउण वाले बोलणगे। तुहानूं सिर्फ आशीर्वाद ते दृष्टि देनी पवेगी। जिवें अजकल शंकराचार्य नूं कुर्सी ते बिठाउंदे ने ना, उवें ही तुहानूं पूज्य दी कुर्सी ते बिठाउणगे, चांदी दी नहीं। धरनी तैयार करन वाले निमित्त बनणगे। तुहानूं सिर्फ दृष्टि नाल बीज पाना है। 2 आशीर्वाद दे बोल बोलने पैने ने तां प्रत्यक्षता हो जाएगी। तुहाडे विच बाप विखाई देवेगा। बाप दी दृष्टि, बाप दे स्नेह दी अनुभूति लैंदे ही प्रत्यक्षता दे नारे लगने शुरू हो जाणगे। हुण सेवा दी गोल्डन जुबली तां पूरी कर लई, हाले होर सेवा करनी है। तुसीं वेख खुश होंदे रहोगे। जिवें पोप की करदा है, ऐनी वड्डी सभा दे अंदर दृष्टि ते आशीर्वाद दे बोल बोलदे लंबा चौड़ा भाषण करन वाले दूजे निमित्त बनणगे। तुसीं कहो कि सानू बाप ने सुनाया, उस दे बदले दूसरे कहणगे इन्हां ने जो सुनाया वो बाप दा है, होर कोई दा तां है ही नहीं। तां हौली हौली एवें हैंड्स तैयार होणगे, जिवें सेवा केंद्र संभालण दे लई हैंड्स तैयार होए ने ना, एवें स्टेज ते तुहाडे वल्लों दूजे बोलण वाले, अनुभव करके बोलण वाले निकलणगे। सिर्फ महिमा करन वाले नहीं, ज्ञान दे गूढ़ पॉइंट्स नूं स्पष्ट करन वाले, परमात्म ज्ञान नूं सिद्ध करन वाले एवें निमित्त बनणगे। पर उस दे लई अजिहे लोकां नूं स्नेही सहयोगी संपर्क विच लिआंदे संबंध विच लिआओ। इस सारे काम दा लक्ष्य है अजिहे सहयोगी बनाओ जो खुद आप माइट बन जान ते ओ माइक बन जान। इस वरे दे सहयोग दी सेवा दा लक्ष्य माइक तैयार करने ने, जो अनुभव दे आधार नाल तुहाडे जां बाप दे ज्ञान नूं प्रतੱਖ करन, जिन्हां दा प्रभाव खुद ही दूजियां ते सहज पैंदा होवे। अजिहे माइक तैयार करो। समझा सेवा दा उद्देश्य की है? ऐने जो प्रोग्राम बनाए ने उन्हां दा मक्खन की निकलेगा। खूब सेवा करो, पर इस वरे संदेश दे नाल नाल ये एडिशन करो। नज़र विच रखो कौन कौन अजिहे पात्र ने, उन्हां नूं समय प्रति समय वख-वख विधि नाल संपर्क विच लियाओ। एवें नहीं एक प्रोग्राम किता, फिर दूजा उपर तो किता, तीजा उपर तो किता, पहले वाले उत्थे ही रह गए, तीजे आ गए। ये भी जमा शक्ति प्रयोग विच लियाउणी पवेगी। हर प्रोग्राम नाल जमा करते जाओ। लास्ट विच अजिहे संबंध संपर्क वालियां दी माला बन जाएगी। समझिया? बाकी की रहा मिलन दा प्रोग्राम। इस वेरे बाप दादा 6 महीने दी सेवा दी रिजल्ट वेखना चाहते ने। सेवा विच जो भी प्लान बनाए ने वो चारों पासे एक दूजे दे सहयोगी बन खूब चक्कर लगाओ। सारे छोटे वड्डियां नूं उमंग उत्साह विच लिया के तीनों तरह की सेवा विच अगे वधाओ। इसलिए बाप दादा ने इस वरे पूरी रात नूं दिन बना के सेवा दे देती। हुण तीनों तरह की सेवा फल खान दा वरा है, आउण दा नहीं, फल खान दा। इस वरे आउण दी नूंद नहीं है। साकाश दा बाप दी सेवा दा सदा नाल ही है।
ਜੋ ਡਰਾਮਾ ਦੀ ਨੂੰਦ ਹੈ ਉਹ ਦੱਸ ਦਿੱਤੀ। ਡਰਾਮਾ ਦੀ ਮਨਜ਼ੂਰੀ ਨੂੰ ਮਨਜ਼ੂਰ ਕਰਨਾ ਹੀ ਪੈਂਦਾ ਹੈ। ਸੇਵਾ ਖੂਬ ਕਰੋ, 6 ਮਹੀਨੇ ਦੀ ਰਿਜ਼ਲਟ ਵਿੱਚ ਪਤਾ ਲੈ ਜਾਏਗਾ। ਬਾਪ ਦੀਆਂ ਆਸ਼ਾਵਾਂ ਨੂੰ ਪੂਰਨ ਕਰਨ ਦਾ ਪਲਾਨ ਬਣਾਓ। ਜਿੱਥੇ ਵੀ ਵੇਖੋ, ਜਿਸ ਨੂੰ ਵੀ ਵੇਖੋ, ਹਰ ਇੱਕ ਦਾ ਸੰਕਲਪ, ਬੋਲ, ਕਰਮ ਬਾਪ ਦੀਆਂ ਆਸ਼ਾਵਾਂ ਦੇ ਦੀਪ ਜਗਾਉਣ ਵਾਲੇ ਹੋਣਾ। ਪਹਿਲੇ ਮਧੂਬਨ ਵਿੱਚ ਐਗਜ਼ਾਮਪਲ ਵਿਖਾਓ। ਬਚਤ ਦੀ ਸਕੀਮ ਦਾ ਮਾਡਲ ਪਹਿਲੇ ਮਧੂਬਨ ਵਿੱਚ ਬਣਾਓ। ਇਹ ਬੈਂਕ ਵਿੱਚ ਜਮ੍ਹਾਂ ਕਰੋ। ਪਹਿਲੇ ਮਧੂਬਨ ਵਾਲਿਆਂ ਨੂੰ ਵਰਦਾਨ ਤਾਂ ਮਿਲ ਗਏ, ਬਾਕੀ ਜੋ ਰਹਿ ਗਏ ਉਹਨਾਂ ਨੂੰ ਵੀ ਇਸ ਵਰੇ ਜਲਦੀ ਪੂਰਾ ਕਰਾਂਗੇ, ਕਿਉਂਕਿ ਬਾਪ ਦਾ ਸਨੇਹ ਤਾਂ ਸਾਰੇ ਬੱਚਿਆਂ ਦੇ ਨਾਲ ਹੈ। ਉਵੇਂ ਤਾਂ ਹਰ ਇੱਕ ਬੱਚੇ ਦੇ ਪ੍ਰਤੀ ਹਰ ਕਰਮ ਵਿੱਚ, ਹਰ ਕਦਮ ਵਿੱਚ ਵਰਦਾਨ ਹੈ। ਜੋ ਦਿਲ ਦੇ ਸਨੇਹੀ ਆਤਮਾਵਾਂ ਨੇ ਉਹ ਚਲਦੇ ਹੀ ਹਰ ਕਦਮ ਵਰਦਾਨ ਨਾਲ ਹੈ। ਬਾਪ ਦਾ ਵਰਦਾਨ ਸਿਰਫ ਮੂੰਹ ਤੋਂ ਨਹੀਂ ਲੇਕਿਨ ਦਿਲ ਤੋਂ ਵੀ ਹੈ, ਤੇ ਦਿਲ ਦਾ ਵਰਦਾਨ ਸਦਾ ਹੀ ਦਿਲ ਵਿੱਚ ਖੁਸ਼ੀ, ਉਮੰਗ, ਉਤਸ਼ਾਹ ਦਾ ਅਨੁਭਵ ਕਰਾਂਦਾ ਹੈ। ਇਹ ਦਿਲ ਦੇ ਵਰਦਾਨ ਦੀ ਨਿਸ਼ਾਨੀ, ਦਿਲ ਦੇ ਵਰਦਾਨ ਨੂੰ ਜੋ ਵੀ ਆਪਣੇ ਦਿਲ ਨਾਲ ਧਾਰਨ ਕਰਦੇ ਨੇ ਉਸ ਦੀ ਨਿਸ਼ਾਨੀ ਇਹ ਹੈ, ਉਹ ਸਦਾ ਖੁਸ਼ੀ, ਉਮੰਗ, ਉਤਸ਼ਾਹ ਨਾਲ ਅੱਗੇ ਵਧਦੇ ਰਹਿੰਦੇ ਨੇ। ਕਦੇ ਵੀ ਕਿਸੇ ਗੱਲ ਵਿੱਚ ਅਟਕਣਗੇ ਨਹੀਂ, ਨਾ ਰੁਕਣਗੇ। ਵਰਦਾਨ ਨਾਲ ਉੜਦੇ ਰਹਿਣਗੇ, ਹੋਰ ਸਭ ਗੱਲਾਂ ਹੇਠਾਂ ਰਹਿ ਜਾਣਗੀਆਂ। ਸਾਈਡ ਸੀਨ ਵੀ ਉੱਡਣ ਵਾਲਿਆਂ ਨੂੰ ਰੋਕ ਨਹੀਂ ਸਕਦੇ। ਅੱਜ ਬਾਪ ਦਾਦਾ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਦਿਲ ਨਾਲ ਅਥੱਕ ਬੰਦ ਸੇਵਾ ਕੀਤੀ, ਉਹ ਸਾਰੇ ਸੇਵਾਧਾਰੀਆਂ ਨੂੰ ਇਸ ਸੀਜ਼ਨ ਦੀ ਸੇਵਾ ਦੀ ਮੁਬਾਰਕ ਦੇ ਰਹੇ ਨੇ। ਮਧੂਬਨ ਵਿੱਚ ਆ ਕੇ ਮਧੂਬਨ ਦੇ ਸ਼ਿੰਗਾਰ ਬਣੇ। ਅਜਿਹੇ ਸ਼ਿੰਗਾਰ ਬਣਨ ਵਾਲੇ ਬੱਚਿਆਂ ਨੂੰ ਵੀ ਬਾਪ ਦਾਦਾ ਮੁਬਾਰਕ ਦੇ ਰਹੇ ਨੇ। ਨਿਮਿਤ ਬਣੀਆਂ ਹੋਈਆਂ ਸ੍ਰੇਸ਼ਟ ਆਤਮਾਵਾਂ ਨੂੰ ਵੀ ਸਦਾ ਅਥੱਕ ਬਨ ਬਾਪ ਸਮਾਨ ਆਪਣੀ ਸੇਵਾਵਾਂ ਨਾਲ ਸਰਵ ਨੂੰ ਰਿਫਰੈਸ਼ ਕਰਨ ਦੀ ਮੁਬਾਰਕ ਦੇ ਰਹੇ ਨੇ। ਰਾਤ ਨੂੰ ਵੀ ਮੁਬਾਰਕ ਹੈ। ਚਾਰੋਂ ਪਾਸੋਂ ਦੇ ਸੇਵਾਧਾਰੀ ਬੱਚਿਆਂ ਨੂੰ ਵੀ ਮੁਬਾਰਕ ਹੋਵੇ। ਨਿਰਵਿਘਨ ਬਨ ਵਧਦੇ ਰਹੋ, ਵਧਦੇ ਰਹਿਣਾ ਹੈ। ਦੇਸ਼ ਵਿਦੇਸ਼ ਦੇ ਸਾਰੇ ਬੱਚਿਆਂ ਨੂੰ ਆਉਣ ਦੀ ਵੀ ਮੁਬਾਰਕ ਹੈ, ਰਿਫਰੈਸ਼ ਹੋਣ ਦੀ ਵੀ ਮੁਬਾਰਕ ਹੈ। ਲੇਕਿਨ ਸਦਾ ਰਿਫਰੈਸ਼ ਰਹਿਣਾ, 6 ਮਹੀਨੇ ਤੱਕ ਨਹੀਂ ਰਹਿਣਾ। ਰਿਫਰੈਸ਼ ਵਿੱਚ ਰਿਫਰੈਸ਼ ਹੋਣ ਭਾਵੇਂ ਆਣਾ, ਕਿਉਂਕਿ ਬਾਪ ਦਾ ਖਜ਼ਾਨਾ ਤਾਂ ਸਾਰੇ ਬੱਚਿਆਂ ਨੂੰ ਸਦਾ ਹੀ ਅਧਿਕਾਰ ਹੈ। ਬਾਪ ਦੇ ਖਜ਼ਾਨੇ ਸਦਾ ਨਾਲ ਨੇ, ਸਦਾ ਨਾਲ ਰਹੇਗਾ। ਸਿਰਫ ਜੋ ਅੰਡਰਲਾਈਨ ਕਰਾਈ ਉਸ ਵਿੱਚ ਵਿਸ਼ੇਸ਼ ਖੁਦ ਨੂੰ ਐਗਜ਼ਾਮਪਲ ਬਣਾ। ਐਗਜ਼ਾਮ ਵਿੱਚ ਐਕਸਟਰਾ ਮਾਰਕਸ ਲੈਣਾ, ਦੂਜਿਆਂ ਨੂੰ ਨਹੀਂ ਵੇਖਣਾ, ਖੁਦ ਨੂੰ ਐਗਜ਼ਾਮਪਲ ਬਣਾਣਾ। ਇਸ ਵਿੱਚ ਜੋਟੇ ਸੋ ਅਰਜੁਨ, ਮਤਲਬ ਨੰਬਰ 1। ਦੂਜੀ ਵਾਰ ਬਾਪ ਦਾਦਾ ਆਵੇ ਤਾਂ ਫਰਿਸ਼ਤਿਆਂ ਦੇ ਕਰਮ, ਫਰਿਸ਼ਤਿਆਂ ਦੇ ਬੋਲ, ਫਰਿਸ਼ਤਿਆਂ ਦੇ ਸੰਕਲਪ ਧਾਰਨ ਕਰਨ ਵਿੱਚ ਸਦਾ ਹੀ ਹਰ ਇੱਕ ਦਿਖਾਈ ਦੇਵੇ। ਅਜਿਹਾ ਬਦਲਾਵ ਸੰਗਠਨ ਵਿੱਚ ਵਿਖਾਈ ਦੇਵੇ। ਹਰ ਇੱਕ ਅਨੁਭਵ ਕਰੇ ਇਹ ਫਰਿਸ਼ਤਿਆਂ ਦੇ ਬੋਲ, ਫਰਿਸ਼ਤਿਆਂ ਦੇ ਕਰਮ ਕਿੰਨੇ ਅਲੌਕਿਕ ਨੇ। ਇਹ ਪਰਿਵਰਤਨ ਸਮਾਰੋਹ ਬਾਪ ਦਾਦਾ ਵੇਖਣਾ ਚਾਹੁੰਦੇ ਨੇ। ਜੇਕਰ ਹਰ ਇੱਕ ਸਾਰੇ ਦਿਨ ਦੇ ਬੋਲ ਆਪਣੇ ਟੇਪ ਕਰੇ ਤਾਂ ਬੜੀ ਚੰਗੀ ਤਰ੍ਹਾਂ ਪਤਾ ਚੱਲ ਜਾਏਗਾ। ਚੈੱਕ ਕਰੋ ਤਾਂ ਵੀ ਪਤਾ ਲੱਗ ਜਾਏਗਾ ਕਿੰਨਾ ਵਿਅਰਥ ਜਾਂਦਾ ਹੈ। ਮਨ ਦੀ ਟੇਪ ਵਿੱਚ ਚੈੱਕ ਕਰੋ, ਸਥੂਲ ਟੇਪ ਵਿੱਚ ਨਹੀਂ। ਸਾਧਾਰਨ ਬੋਲ ਵੀ ਵਿਅਰਥ ਵਿੱਚ ਜਮ੍ਹਾਂ ਹੁੰਦਾ ਹੈ। ਜੇਕਰ 4 ਬੋਲਾਂ ਦੀ ਬਜਾਵੇ 24 ਬੋਲ ਹੋਲੇ ਤਾਂ 20 ਕਿਸ ਵਿੱਚ ਗਏ। ਐਨਰਜੀ ਜਮ੍ਹਾਂ ਕਰੋ। ਤੁਹਾਡੇ ਤਾਂ ਬੋਲ ਆਸ਼ੀਰਵਾਦ ਦੇ ਬੋਲ 1 ਘੰਟੇ ਦੇ ਭਾਸ਼ਣ ਦਾ ਵੀ ਕੰਮ ਕਰਨਗੇ। ਤੁਹਾਡੇ 2 ਬੋਲ ਵੀ ਆਸ਼ੀਰਵਾਦ ਦੇ 1 ਘੰਟੇ ਦੇ ਭਾਸ਼ਣ ਦਾ ਕੰਮ ਕਰਨਗੇ। ਅੱਛਾ, ਚਾਰੋਂ ਪਾਸੋਂ ਦੇ ਸਰਵ ਕੁਰਬਾਨ ਜਾਣ ਵਾਲੇ ਰੂਹਾਨੀ ਪਰਵਾਨਿਆਂ ਨੂੰ ਸਰਵ ਬਾਪ ਸਮਾਨ ਬਣਨ ਦੇ ਦ੍ਰਿੜ ਸੰਕਲਪ ਨਾਲ ਅੱਗੇ ਵਧਣ ਵਾਲੀ ਵਿਸ਼ੇਸ਼ ਆਤਮਾਵਾਂ ਨੂੰ ਸਦਾ ਉੜਤੀ ਗਲਾ ਦੁਆਰਾ ਕਿਸੇ ਵੀ ਤਰ੍ਹਾਂ ਦੇ ਸਾਈਡ ਸੀਨ ਨੂੰ ਪਾਰ ਕਰਨ ਵਾਲੇ ਡਬਲ ਲਾਈਟ ਬੱਚਿਆਂ ਨੂੰ ਰੂਹਾਨੀ ਸ਼ਮਾ ਬਾਪ ਦਾਦਾ ਦਾ ਯਾਦ, ਪਿਆਰ ਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਵਰਦਾਨ ਹੈ, ਕਲਿਆਣ ਦੀ ਭਾਵਨਾ ਦੁਆਰਾ ਹਰ ਆਤਮਾ ਦੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਵਾਲੇ ਨਿਸ਼ਚੈ ਬੁੱਧੀ ਭਵ। ਕਲਿਆਣ ਦੀ ਭਾਵਨਾ ਦੁਆਰਾ ਹਰ ਆਤਮਾ ਦੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਵਾਲੇ ਨਿਸ਼ਚੈ ਬੁੱਧੀ ਭਵ। ਜਿਵੇਂ ਬਾਪ ਵਿੱਚ 100% ਨਿਸ਼ਚੈ ਬੁੱਧੀ ਹੋ, ਕੋਈ ਕਿੰਨਾ ਵੀ ਡਗਮਗ ਕਰਨ ਦੀ ਕੋਸ਼ਿਸ਼ ਕਰੇ ਪਰ ਹੋ ਨਹੀਂ ਸਕਦੀ। ਅਜਿਹੇ ਦੈਵੀ ਪਰਿਵਾਰ ਸੰਸਾਰੀ ਆਤਮਾਵਾਂ ਦੁਆਰਾ ਭਾਵੇਂ ਕੋਈ ਕਿਵੇਂ ਦਾ ਵੀ ਪੇਪਰ ਲਵੇ,
क्रोधी बन मुकाबला करे ਜਾਂ ਕੋਈ ਇਨਸਲਟ ਕਰ ਦੇਵੇ, ਗਾਲੀਆਂ ਦੇਵੇ, ਉਸ ਵਿੱਚ ਡਗਮਗ ਨਹੀਂ ਹੋ ਸਕਦੇ। ਇਸ ਵਿੱਚ ਸਿਰਫ ਹਰ ਆਤਮਾ ਪ੍ਰਤੀ ਕਲਿਆਣ ਦੀ ਭਾਵਨਾ ਹੋਵੇ। ਇਹ ਭਾਵਨਾ ਉਹਨਾਂ ਦੇ ਸੰਸਕਾਰਾਂ ਨੂੰ ਪਰਿਵਰਤਨ ਕਰ ਦੇਗੀ। ਇਸ ਵਿੱਚ ਸਿਰਫ ਅਧੀਰਯ ਨਹੀਂ ਹੋਣਾ, ਸਮੇਂ ਅਨੁਸਾਰ ਫਲ ਜ਼ਰੂਰ ਨਿਕਲੇਗਾ। ਇਹੀ ਡਰਾਮਾ ਦੀ ਨੂੰਦ ਹੈ। ਸਲੋਗਨ ਹੈ, ਪਵਿੱਤਰਤਾ ਦੀ ਸ਼ਕਤੀ ਨਾਲ ਆਪਣੇ ਸੰਕਲਪਾਂ ਨੂੰ ਸ਼ੁੱਧ ਗਿਆਨ ਸਰੂਪ ਬਣਾ ਕੇ ਕਮਜ਼ੋਰੀਆਂ ਨੂੰ ਖਤਮ ਕਰੋ। ਪਵਿੱਤਰਤਾ ਦੀ ਸ਼ਕਤੀ ਨਾਲ ਆਪਣੇ ਸੰਕਲਪਾਂ ਨੂੰ ਸ਼ੁੱਧ ਗਿਆਨ ਸਰੂਪ ਬਣਾ ਕੇ ਕਮਜ਼ੋਰੀਆਂ ਨੂੰ ਖਤਮ ਕਰੋ। ਅੱਛਾ, ਓਮ ਸ਼ਾਂਤੀ।